ਯਹੂਦੀਆਂ ਦਾ ਪਾਤਸ਼ਾਹ ਜੰਮਿਆ ਉਹ ਕਿੱਥੇ ਹੈ, ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ। ਇਹ ਗੱਲ ਸੁਣ ਕੇ ਰਾਜਾ ਹੈਰੋਦੇਸ ਸਾਰੇ ਯਰੂਸ਼ਲਮ ਸਨੇ ਘਬਰਾਇਆ ਅਤੇ ਉਸ ਨੇ ਸਾਰੇ ਪ੍ਰਧਾਨ ਜਾਜਕਾਂ ਅਤੇ ਕੌਮ ਦੇ ਗ੍ਰੰਥੀਆਂ ਨੂੰ ਇਕੱਠਿਆਂ ਕਰਕੇ ਉਹਨਾਂ ਨੂੰ ਪੁੱਛਿਆ, ਜੋ ਮਸੀਹ ਕਿੱਥੇ ਜੰਮੇਗਾ? ਉਹਨਾਂ ਨੇ ਉਸ ਨੂੰ ਕਿਹਾ, ਯਹੂਦੀਆ ਦੇ ਬੈਤਲਹਮ ਵਿੱਚ, ਕਿਉਂ ਜੋ ਨਬੀ ਦੇ ਰਾਹੀਂ ਇਉਂ ਲਿਖਿਆ ਹੋਇਆ ਕਿ ਹੇ ਬੈਤਲਹਮ ਯਹੂਦਾ ਦੇਸ਼ ਦੇ, ਤੂੰ ਯਹੂਦਾ ਦੇ ਹਾਕਮਾਂ ਵਿੱਚੋਂ ਕਿਸੇ ਤਰ੍ਹਾਂ ਛੋਟਾ ਨਹੀਂ ਹੈ, ਕਿਉਂ ਜੋ ਤੇਰੇ ਵਿੱਚੋਂ ਇੱਕ ਹਾਕਮ ਨਿਕਲੇਗਾ ਜਿਹੜਾ ਮੇਰੀ ਪ੍ਰਜਾ ਇਸਰਾਏਲ ਦੀ ਪਾਲਣਾ ਕਰੇਗਾ। ਤਦ ਹੈਰੋਦੇਸ ਨੇ ਦੋਸ਼ੀਆਂ ਨੂੰ ਚੁੱਪ ਕੀਤੇ ਬੁਲਾ ਕੇ ਉਹਨਾਂ ਕੋਲੋਂ ਠੀਕ ਠਾਕ ਪਤਾ ਲਿਆ ਕਿ ਤਾਰਾ ਕਦੋਂ ਵਿਖਾਈ ਦਿੱਤਾ, ਅਤੇ ਉਸ ਨੇ ਉਹਨਾਂ ਨੂੰ ਬੈਤਲਹਮ ਵੱਲ ਇਹ ਕਹਿ ਕੇ ਘੱਲਿਆ ਵੀ ਜਾਓ, ਯਤਨ ਨਾਲ ਉਸ ਬਾਲਕ ਦੀ ਭਾਲ ਕਰੋ, ਔਰ ਜਦ ਉਹ ਲੱਭ ਪਵੇ ਤਦ ਮੈਨੂੰ ਖਬਰ ਦਿਓ ਤਾਂ ਜੋ ਮੈਂ ਵੀ ਜਾ ਕੇ ਉਸ ਨੂੰ ਮੱਥਾ ਟੇਕਾਂ। ਉਹ ਰਾਜੇ ਦੀ ਖਬਰ ਸੁਣ ਕੇ ਤੁਰ ਪਏ ਅਤੇ ਵੇਖੋ ਉਹ ਤਾਰਾ ਜਿਹੜਾ ਉਹਨਾਂ ਨੇ ਚੜ੍ਹਦੇ ਪਾਸੇ ਡਿਠਾ ਸੀ ਉਹਨਾਂ ਦੇ ਅੱਗੇ ਅੱਗੇ ਚੱਲਿਆ, ਇੱਥੋਂ ਤੀਕ ਜੋ ਉਸ ਥਾਂ ਦੇ ਉੱਤੇ ਜਾ ਟਿਕਿਆ ਜਿੱਥੇ ਉਹ ਬਾਲਕ ਸੀ, ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਹੀ ਆਨੰਦ ਹੋਏ। ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਉਹਦੀ ਮਾਤਾ ਮਰੀਅਮ ਦੇ ਨਾਲ ਡਿਠਾ ਅਤੇ ਪੈਰੀਂ ਪੈ ਕੇ ਉਸ ਨੂੰ ਮੱਥਾ ਟੇਕਿਆ, ਅਤੇ ਆਪਣੀਆਂ ਥੈਲੀਆਂ ਖੋਲ੍ਹ ਕੇ ਸੋਨਾ, ਲਬਾਨ ਅਤੇ ਗੰਧਰਸ ਉਹਦੀ ਭੇਟ ਕੀਤੀ। ਸੁਪਨੇ ਵਿੱਚ ਖਬਰ ਪਾ ਕੇ ਜੋ ਹੈਰੋਦੇਸ ਦੇ ਕੋਲ ਫੇਰ ਨਾ ਜਾਣ, ਉਹ ਹੋਰ ਰਸਤੇ ਥਾਈਂ ਆਪਣੇ ਦੇਸ਼ ਨੂੰ ਮੁੜ ਆਏ। ਆਮੀਨ, ਹਾਲੇਲੂਇਆ, 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 ਹਾਲੇਲੂਇਆ। ਅੱਜ ਦਾ ਦਿਨ ਸਾਰੀ ਦੁਨੀਆ ਦੇ ਵਿੱਚ ਕ੍ਰਿਸਮਸ ਜਾਂ ਵੱਡੇ ਦਿਨ ਦੇ ਤੌਰ ਦੇ ਨਾਲ ਸਾਰੀ ਦੁਨੀਆ ਮਨਾਉਂਦੀ ਹੈ, ਚਾਹੇ ਉਹ ਅਮਰੀਕਾ ਦੇ ਵਿੱਚ ਹੋਣ, ਚਾਹੇ ਉਹ ਹਿੰਦੁਸਤਾਨ ਦੇ ਵਿੱਚ ਹੋਣ, ਦੁਨੀਆ ਦੇ ਕਿਸੇ ਵੀ ਕਿਨਾਰੇ ਦੇ ਵਿੱਚ ਕਿਉਂ ਨਾ ਹੋਵੇ। ਇਹ ਖੁਸ਼ਖਬਰੀ ਪ੍ਰਭੂ ਯਿਸੂ ਮਸੀਹ ਦਾ ਜਨਮ ਦਾ ਖੁਸ਼ਖਬਰੀ ਜਿਹੜਾ ਹੈ, ਇਹ ਹਰ ਇੱਕ ਕਲਚਰ, ਹਰ ਇੱਕ ਰੰਗ, ਹਰ ਇੱਕ ਮੁਲਕ ਨੂੰ ਪਾਰ ਕਰਦੇ ਹੋਏ ਸਾਰੀ ਦੁਨੀਆ ਇਸ ਨੂੰ ਮਨਾਉਂਦੀ ਹੈ। ਕਿਉਂ ਮਨਾਉਂਦੀ ਹੈ? ਕਿਉਂਕਿ ਯਿਸੂ ਮਸੀਹ ਇੱਕ ਦੇਸ਼ ਦੇ ਲਈ ਨਹੀਂ ਆਇਆ, ਇੱਕ ਕੌਮ ਦੇ ਲਈ ਨਹੀਂ ਆਇਆ। ਪ੍ਰਭੂ ਯਿਸੂ ਮਸੀਹ ਜਗਤ ਦਾ ਉद्धार करता, ਮੁਕਤੀਦਾਤਾ ਕਰਕੇ ਆਇਆ। ਹਾਲੇਲੂਇਆ, 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 ਹਾਲੇਲੂਇਆ। ਜਦ ਤੁਸੀਂ ਵੱਡਾ ਦਿਨ ਸੁਣਦੇ ਹੋ ਜਾਂ ਕ੍ਰਿਸਮਸ ਦੇ ਬਾਰੇ ਸੋਚਦੇ ਹੋ, ਤੁਹਾਡੇ ਮਨ ਦੇ ਵਿੱਚ ਕੀ ਖਿਆਲ ਆਉਂਦੇ ਨੇ? ਕਈ ਲੋਕ ਵੱਡੇ ਦਿਨ ਨੂੰ ਖਾਣਾ ਪੀਣਾ ਸਮਝਦੇ ਹਨ, ਕਈ ਲੋਕ ਵੱਡੇ ਦਿਨ ਨੂੰ ਚਰਚ ਦੇ ਵਿੱਚ ਚਰਚ ਨੂੰ ਸਜਾਣਾ ਸਮਝਦੇ ਹਨ, ਕਈ ਲੋਕ ਆਪਣੇ ਘਰਾਂ ਦੇ ਅੱਗੇ ਲੜੀਆਂ ਲਗਾਉਣਾ ਸੋਚਦੇ ਹਨ। ਕਈਆਂ ਦੇ ਲਈ ਵੱਡਾ ਦਿਨ ਉਹ ਸੈਂਟਾ ਕਲੌਜ਼ ਹੈ ਜਿਹੜਾ ਮਸੀਹ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ, ਉਸ ਨੂੰ ਮੰਨਦੇ ਹਨ। ਕਈ ਲੋਕ ਇਸ ਪ੍ਰਕਾਰ ਨਾਲ ਸੋਚਦੇ ਹਨ ਕਿ ਵੱਡਾ ਦਿਨ ਦਾ ਅਰਥ ਇਸ ਪ੍ਰਕਾਰ ਨਾਲ ਹੈ, ਸ਼ਾਇਦ ਅੱਜ ਤੋਂ ਦਿਨ ਵੱਡੇ ਹੋਣੇ ਸ਼ੁਰੂ ਹੋ ਜਾਣਗੇ। ਅਲੱਗ ਅਲੱਗ ਵਿਚਾਰ ਕਈਆਂ ਦੇ ਨੇ, ਲੇਕਿਨ ਮੈਂ ਤੁਹਾਨੂੰ ਇਸ ਵੱਡਾ ਦਿਨ ਦਾ ਅਸਲੀ ਸੰਦੇਸ਼ ਤੁਹਾਨੂੰ ਦੱਸਣਾ ਚਾਹਾਂਗਾ ਕਿ ਵੱਡਾ ਦਿਨ ਸੀ ਕੀ, ਵੱਡਾ ਦਿਨ ਕੀ ਹੈ। ਪੰਜਾਬੀ ਔਰ ਹਿੰਦੀ ਦੇ ਵਿੱਚ ਬੜਾ ਖੂਬਸੂਰਤ ਇਸ ਦਾ ਸ਼ਬਦ ਇਸਤੇਮਾਲ ਕੀਤਾ ਗਿਆ, ਬੜਾ ਦਿਨ। ਕਿਸੇ ਵੀ ਹੋਰ ਭਾਸ਼ਾ ਦੇ ਵਿੱਚ ਵੱਡਾ ਦਿਨ ਨਹੀਂ ਕਿਹਾ ਜਾਂਦਾ, ਦੂਸਰੇ ਸਾਰੇ ਭਾਸ਼ਾ ਦੇ ਵਿੱਚ ਕ੍ਰਿਸਮਸ ਕਿਹਾ ਜਾਂਦਾ ਹੈ। ਲੇਕਿਨ ਮੈਂ ਪ੍ਰਭੂ ਦਾ ਧੰਨਵਾਦ ਕਰਦਾ ਹਾਂ, ਸਾਡੇ ਇਸ ਮੁਲਕ ਦੇ ਵਿੱਚ ਜਾਂ ਹਿੰਦੀ ਔਰ ਪੰਜਾਬੀ ਭਾਸ਼ਾ ਦੇ ਵਿੱਚ ਇਸ ਨੂੰ ਵੱਡਾ ਦਿਨ ਕਿਹਾ ਗਿਆ ਹੈ। ਕਿਉਂ ਕਿਹਾ ਗਿਆ? ਕਿਉਂਕਿ ਜਿਨ੍ਹਾਂ ਨੇ ਮੁਕਤੀ ਨੂੰ ਪਾਇਆ ਉਹ ਇਸ ਗੱਲ ਨੂੰ ਸਮਝਦੇ ਹਨ, ਜਦੋਂ ਯਿਸੂ ਮਸੀਹ ਆਇਆ ਉਹ ਮੁਕਤੀਦਾਤਾ ਹੋ ਕੇ ਆਇਆ, ਇਹ ਸਭਨਾਂ ਦੇ ਲਈ ਵੱਡਾ ਦਿਨ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਇਹ ਇੱਕ ਆਮ ਦਿਨ ਨਹੀਂ, ਇਹ ਇੱਕ ਛੋਟਾ ਦਿਨ ਨਹੀਂ, ਪਰ ਇਹ ਕੌਣ ਹੈ? ਇੱਕ ਵੱਡਾ ਦਿਨ ਹੈ। ਮੈਂ ਤੁਹਾਨੂੰ ਅੱਜ 2022 ਸਾਲ ਪਹਿਲਾਂ ਪਿੱਛੇ ਲੈ ਕੇ ਜਾਣਾ ਚਾਹੁੰਦਾ ਹਾਂ। 2022 ਸਾਲ ਪਹਿਲਾਂ ਇਸ ਦੁਨੀਆ ਦੇ ਵਿੱਚ ਕੀ ਹੋਇਆ? ਕੀ ਤੁਹਾਨੂੰ ਮਾਲੂਮ ਹੈ ਜੋ ਅੱਜ ਅਸੀਂ ਇਸ ਸਾਲ ਦੇ ਵਿੱਚ ਜੀ ਰਹੇ ਹਾਂ, ਇਸ ਦੀ ਸ਼ੁਰੂਆਤ ਵੀ ਯਿਸੂ ਮਸੀਹ ਦੀ ਮ੍ਰਿਤੂ ਤੋਂ ਬਾਅਦ ਉਸ ਤੋਂ ਸ਼ੁਰੂ ਹੋਇਆ। ਅਰਥਾਤ ਸਾਡਾ ਕੈਲੰਡਰ ਜਿਹੜਾ ਹੈ ਦੋ ਹਿੱਸਿਆਂ ਦੇ ਵਿੱਚ ਵੰਡਿਆ ਗਿਆ ਹੈ, ਬਿਫੋਰ ਕ੍ਰਾਈਸਟ, ਆਫਟਰ ਕ੍ਰਾਈਸਟ, ਮਸੀਹ ਤੋਂ ਪਹਿਲਾਂ, ਮਸੀਹ ਤੋਂ ਬਾਅਦ। ਇਸ ਦਾ ਅਰਥ ਹੈ ਤੁਹਾਡਾ ਔਰ ਮੇਰਾ, ਇਸ ਪੂਰੇ ਸੰਸਾਰ ਦਾ ਜੇਕਰ ਸਮੇਂ ਨੂੰ ਬੰਨਿਆ ਗਿਆ ਹੈ ਉਹ ਯਿਸੂ ਮਸੀਹ ਵਿਚਕਾਰ ਹੈ, ਉਸ ਦੇ ਨਾਲ ਹੀ ਸਾਰੇ ਦੁਨੀਆ ਦਾ ਸਮਾਂ ਨੂੰ ਵੰਡਿਆ ਗਿਆ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਕ੍ਰਿਸਮਸ ਜਾਂ ਇੰਗਲਿਸ਼ ਦੇ ਵਿੱਚ ਜੋ ਕ੍ਰਿਸਮਸ ਕਿਹਾ ਗਿਆ ਹੈ, ਕਈਆਂ ਨੂੰ ਨਹੀਂ ਪਤਾ ਕਿ ਕ੍ਰਿਸਮਸ ਸ਼ਬਦ ਦਾ ਅਰਥ ਕੀ ਹੈ। ਇਸਦੇ ਸਪੈਲਿੰਗਸ ਹਨ CHRIST, ਕ੍ਰਾਈਸਟ, MAS, ਮਸ। ਇਸ ਦਾ ਅਰਥ ਕੀ ਹੈ? ਕ੍ਰਿਸਮਸ ਦਾ ਅਰਥ ਹੈ ਕ੍ਰਾਈਸਟ, ਮਸੀਹ। ਮਸ ਇੱਕ ਸਪੈਨਿਸ਼ ਭਾਸ਼ਾ ਤੋਂ ਆਇਆ ਹੈ ਜਿਸ ਦਾ ਅਰਥ ਹੈ ਮੋਰ ਜਾਂ ਜ਼ਿਆਦਾ। ਇਸ ਦਾ ਅਰਥ ਹੈ ਮਸੀਹ ਜ਼ਿਆਦਾ। ਤੁਹਾਡੇ ਔਰ ਮੇਰੇ ਜੀਵਨ ਦੇ ਵਿੱਚ
ਅੱਜ ਦੇ ਦਿਨ ਸੈਂਟਾ ਕਲੌਸ ਜ਼ਿਆਦਾ ਨਹੀਂ, ਲੜੀਆਂ ਜ਼ਿਆਦਾ ਨਹੀਂ, ਮਿੱਠੇ ਔਰ ਨਮਕੀਨ ਚਾਵਲ ਜ਼ਿਆਦਾ ਨਹੀਂ, ਖੁਸ਼ੀ ਦਾ ਹੋਰ ਕੋਈ ਚੀਜ਼ ਜ਼ਿਆਦਾ ਨਹੀਂ, ਪਰ ਮਸੀਹ ਤੁਹਾਡੇ ਔਰ ਮੇਰੇ ਜ਼ਿੰਦਗੀ ਦੇ ਵਿੱਚ ਪਹਿਲਾ ਔਰ ਸਭ ਤੋਂ ਜ਼ਿਆਦਾ ਹੋਣੇ ਪਾਏ। ਹਾਲੇਲੂਇਆ ਹਾਲੇਲੂਇਆ ਹਾਲੇਲੂਇਆ। ਦੈਟ ਇਜ਼ ਕ੍ਰਿਸਮਸ। ਇਹ ਮਸੀਹ ਦਾ ਸਾਡੇ ਜੀਵਨ ਦੇ ਵਿੱਚ ਆਣਾ, ਸਾਡਾ ਜੀਵਨ ਦਾ ਤਬਦੀਲ ਹੋਣਾ, ਇਹੀ ਵੱਡਾ ਦਿਨ ਹੈ। ਹਾਲੇਲੂਇਆ। ਵੱਡਾ ਦਿਨ ਜਦੋਂ ਅਸੀਂ ਮਨਾਉਂਦੇ ਹਾਂ, ਅਸੀਂ ਦੇਖਦੇ ਹਾਂ 2022 ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਕਿਉਂ ਇਸ ਦੁਨੀਆ ਦੇ ਵਿੱਚ ਆਇਆ। ਯਹੂਨਾ ਦੀ ਅੰਜੀਲ ਪਹਿਲਾ ਬਾਪ ਉਸ ਦੀ ਪਹਿਲੀ ਅਧਿਆਇ ਵਿੱਚ ਲਿਖਿਆ, ਆਦ ਵਿੱਚ ਸ਼ਬਦ ਸੀ, ਸ਼ਬਦ ਪਰਮੇਸ਼ਵਰ ਦੇ ਨਾਲ ਸੀ, ਸੰਗ ਸੀ, ਔਰ ਸ਼ਬਦ ਹੀ ਪਰਮੇਸ਼ਰ ਸੀ। ਪਰਮੇਸ਼ਰ ਸੀ। ਉਸ ਦੇ ਅੱਗੇ ਨੀਚੇ ਲਿਖਿਆ, ਉਹੀ ਸ਼ਬਦ ਦੇਹਧਾਰੀ ਹੋਇਆ ਔਰ ਮਨੁੱਖਾਂ ਦੇ ਵਿੱਚ ਵਾਸ ਕੀਤਾ। ਵਾਸ ਕੀਤਾ। ਦੂਸਰਾ ਸ਼ਬਦਾਂ ਵਿੱਚ ਹੈ ਮਨੁੱਖਾਂ ਦੇ ਵਿੱਚ ਡੇਰਾ ਕੀਤਾ, ਮਨੁੱਖਾਂ ਦੇ ਵਿੱਚ ਡੇਰਾ ਕੀਤਾ। ਇਸ ਦਾ ਅਰਥ ਸੀ ਉਹ ਯਿਸੂ ਮਸੀਹ ਦਾ ਜਨਮ ਮਾਨਵੀ ਰੂਪ ਦੇ ਨਾਲ ਤੁਸੀਂ ਕਹਿ ਸਕਦੇ ਹੋ, ਮਨੁੱਖ ਦਾ ਰੂਪ ਧਾਰਨ ਕਰਕੇ ਆਇਆ, ਪਰ ਯਿਸੂ ਮਸੀਹ ਦਾ ਜਨਮ ਦਿਹਾੜਾ ਨਹੀਂ ਹੈ। ਯਿਸੂ ਮਸੀਹ ਦਾ ਜਨਮ ਦਿਹਾੜਾ ਨਹੀਂ ਹੈ, ਕਿਉਂਕਿ ਯਿਸੂ ਮਸੀਹ ਸ਼ੁਰੂ ਤੋਂ ਹੀ ਸੀ। ਹਾਲੇਲੂਇਆ। ਹਾਲੇਲੂਇਆ। ਇਸ ਕਾਇਨਾਤ ਨੂੰ ਰਚਣ ਤੋਂ ਪਹਿਲਾਂ ਹੀ ਖੁਦਾਵੰਦ ਪ੍ਰਭੂ ਯਿਸੂ ਮਸੀਹ ਸੀ, ਔਰ ਉਹ ਹੈ, ਔਰ ਸਦਾ ਤੱਕ ਉਹ ਰਹੇਗਾ। ਮੇਰੇ ਪਿਆਰੇ ਰੱਬ ਦੇ ਲੋਕੋ, ਬਾਈਬਲ ਦੇ ਵਿੱਚ ਕਈ ਐਸੇ ਲੋਕ ਨੇ, ਖਾਸ ਕਰਕੇ 6 ਜਣੇ ਨੇ, there are 6 people ਜਿਨ੍ਹਾਂ ਦੇ ਨਾਮ ਜਨਮ ਤੋਂ ਪਹਿਲਾਂ ਉਹਨਾਂ ਦੇ ਨਾਮ ਦੱਸੇ ਗਏ ਕਿ ਉਸ ਦਾ ਨਾਮ ਕੀ ਹੋਏਗਾ। ਇਸਹਾਕ, ਇਸ਼ਮਾਇਲ, ਜੋਸੀਆ, ਯਹੂਨਾ ਬਪਤਿਸਮਾ ਦੇਣ ਵਾਲਾ। ਉਸੇ ਤਰ੍ਹਾਂ ਪ੍ਰਭੂ ਯਿਸੂ ਮਸੀਹ ਦਾ ਨਾਮ ਪਹਿਲਾ ਤੋਂ ਹੀ ਦੱਸਿਆ ਗਿਆ ਕਿ ਤੂੰ ਇੱਕ ਪੁੱਤਰ ਜਨੇਗੀ, ਤੂੰ ਉਸ ਦਾ ਨਾਮ ਯਿਸੂ ਰੱਖਣਾ, ਤੂੰ ਉਸ ਦਾ ਨਾਮ ਯਿਸੂ ਰੱਖਣਾ। ਉਸ ਦਾ ਨਾਮ ਯਿਸੂ ਰੱਖਣ ਦੇ ਬਾਰੇ ਪੁਰਾਣੇ ਨਿਯਮ ਦੇ ਵਿੱਚ ਕਈ ਪ੍ਰਕਾਰ ਦੀਆਂ ਨਬੂਵਤ ਪਹਿਲਾਂ ਤੋਂ ਹੀ ਹੋ ਚੁੱਕੀਆਂ ਸਨ। There were many prophecies that were written about Jesus in the Old Testament. ਪੁਰਾਣੇ ਨਿਯਮ ਦੇ ਵਿੱਚ ਜੋ ਕੁਝ ਵੀ ਉਸ ਦੇ ਬਾਰੇ ਲਿਖਿਆ ਗਿਆ, ਉਸ ਦਾ ਜਨਮ ਕਿੱਧਰ ਹੋਏਗਾ, ਉਹ ਕਿਹੜੇ ਪਰਿਵਾਰ ਦੇ ਵਿੱਚੋਂ ਦੀ ਆਏਗਾ, ਕੁਵਾਰੀ ਤੋਂ ਉਹ ਗਰਭਵਤੀ ਹੋਏਗਾ, ਇਹ ਸਭ ਕੁਝ ਪਹਿਲਾਂ ਤੋਂ ਹੀ ਲਿਖਿਆ ਗਿਆ ਸੀ। ਸੋ ਜੋ ਕੁਝ ਪਹਿਲਾਂ ਤੋਂ ਲਿਖਿਆ ਗਿਆ, ਉਹ ਸਭ ਕੁਝ ਉਸ ਦਿਨ ਪੂਰਾ ਹੋਇਆ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਫਿਰ ਅਸੀਂ ਦੇਖਦੇ ਹਾਂ ਜੋ ਵਚਨ ਦਾ ਹਿੱਸਾ ਅੱਜ ਅਸੀਂ ਪੜ੍ਹਿਆ। ਮੇਰਾ ਅੱਜ ਦਾ ਮੇਨ ਵਿਸ਼ਾ ਹੈ ਕਿ ਅਸੀਂ ਮਯੂਸੀਆਂ ਦੇ ਵਾਂਗੂ ਸਮਝਦਾਰ ਹਾਂ ਜਾਂ ਨਹੀਂ। ਆਰ ਵੀ ਵਾਈਜ਼ ਲਾਈਕ ਦੀ ਵਾਈਜ਼ ਮੈਨ। ਬਾਈਬਲ ਦੇ ਵਿੱਚ ਪੰਜਾਬੀ ਦੇ ਵਿੱਚ ਮਯੂਸੀ ਲਿਖਿਆ, ਮਜੂਸੀ ਲਿਖਿਆ, ਹਿੰਦੀ ਦੇ ਵਿੱਚ ਜੋਤਿਸ਼ੀ ਲਿਖਿਆ, ਇੰਗਲਿਸ਼ ਦੇ ਵਿੱਚ ਲਿਖਿਆ ਹੈ ਵਾਈਜ਼ ਮੈਨ, ਸਮਝਦਾਰ ਲੋਕ। ਮੱਤੀ ਦੀ ਅੰਜੀਲ 2 ਬਾਬ ਦੇ ਵਿੱਚ ਅਸੀਂ ਦੇਖਦੇ ਹਾਂ, ਪੜਾਂਗੇ ਮੱਤੀ ਦੀ ਅੰਜੀਲ 2 ਬਾਬ ਉਸ ਦਾ ਪਹਿਲਾ ਔਰ ਦੂਸਰਾ ਆਇਤ ਨੂੰ ਜਲਦੀ ਤੋਂ ਪੜ੍ਹੀਏ। ਜਾਂ ਯੀਸ਼ੂ ਰਾਜਾ ਹੈਰੋਦੇਸ ਦੇ ਦਿਨੀ ਯਹੂਦੀਆ ਦੇ ਬੈਤਲਹਮ ਵਿੱਚ ਜੰਮਿਆ ਤਾਂ ਵੇਖੋ ਜੋਤਸ਼ੀਆਂ ਨੇ ਚੜ੍ਹਦੇ ਪਾਸੇ ਯਰੂਸ਼ਲਮ ਵਿੱਚ ਆਣ ਕੇ ਕਿਹਾ, ਜਿਹੜਾ ਯਹੂਦੀਆਂ ਦਾ ਪਾਤਸ਼ਾਹ ਜੰਮਿਆ ਉਹ ਕਿੱਥੇ ਹੈ? ਕਿਉਂ ਜੋ ਅਸਾਂ ਚੜ੍ਹਦੇ ਪਾਸੇ ਉਹਦਾ ਤਾਰਾ ਡਿਠਾ ਅਤੇ ਉਹਨੂੰ ਮੱਥਾ ਟੇਕਣ ਆਏ ਹਾਂ। ਬਸ ਸੋ ਪਹਿਲੀ ਗੱਲ, ਮਯੂਸੀਆਂ ਨੇ ਕੀ ਦੇਖਿਆ? ਤਾਰਾ ਦੇਖਿਆ। ਇੱਕ ਤਾਰਾ ਦੇਖਿਆ। ਇਹ ਤਾਰਾ ਉਹਨਾਂ ਨੇ ਜਦੋਂ ਦੇਖਿਆ, ਮਯੂਸੀ ਕਿਧਰੋਂ ਦੀ ਆਏ? ਪੂਰਬ ਤੋਂ ਆਏ। ਕਿਧਰੋਂ ਆਏ? ਪੂਰਬ ਤੋਂ। ਪੂਰਬ ਤੋਂ। ਦੇ ਕੇਮ ਫਰੋਮ ਦਾ ਈਸਟ। ਹੁਣ ਜਿਹੜੇ ਵਚਨ ਦੇ ਗਿਆਨਕਾਰ ਲੋਕ ਨੇ ਉਹ ਇਸ ਪ੍ਰਕਾਰ ਕਹਿੰਦੇ ਨੇ, ਇਹ ਮਯੂਸੀ ਲੋਕ ਜਾਂ ਜੋਤਿਸ਼ੀ ਲੋਕ ਜਾਂ ਸਮਝਦਾਰ ਲੋਕ ਪੂਰਬ ਤੋਂ ਆਏ। ਇਹ ਪੂਰਬ ਦਾ ਹਿੱਸਾ ਕਿਹੜਾ ਸੀ? ਕਿਹਾ ਜਾਂਦਾ ਹੈ ਈਰਾਨ ਤੋਂ ਜਾਂ ਸਾਡੇ ਇਸ ਹਿੰਦੁਸਤਾਨ ਤੋਂ ਲੋਕ ਯਿਸੂ ਮਸੀਹ ਨੂੰ ਮਿਲਣ ਦੇ ਲਈ ਉਸ ਜਗ੍ਹਾ ਦੇ ਵਿੱਚ ਗਏ ਸਨ। ਕੀ ਤੁਹਾਨੂੰ ਮਾਲੂਮ ਹੈ ਬਾਈਬਲ ਦੇ ਵਿੱਚ ਅਮਰੀਕਾ ਦਾ ਕੋਈ ਸ਼ਬਦ ਨਾਮ ਨਹੀਂ ਲਿਖਿਆ ਗਿਆ, ਇੰਗਲੈਂਡ ਦਾ ਨਾਮ ਜ਼ਿਕਰ ਨਹੀਂ ਕੀਤਾ ਗਿਆ। ਦੁਨੀਆ ਦੇ ਵਿੱਚ ਕਈ ਹੋਰ ਮੁਲਕ ਨੇ ਜੋ ਅੱਜ ਪ੍ਰਭਾਵਸ਼ਾਲੀ ਨੇ, ਉਹਨਾਂ ਦਾ ਨਾਮ ਨਹੀਂ ਹੈ, ਲੇਕਿਨ ਪਵਿੱਤਰ ਬਾਈਬਲ ਦੇ ਵਿੱਚ ਸਾਡੇ ਹਿੰਦੁਸਤਾਨ ਦਾ ਨਾਮ ਲਿਖਿਆ ਗਿਆ। ਹਾਲੇਲੂਇਆ। ਐਸਤਰ ਦੀ ਕਿਤਾਬ ਦੇ ਵਿੱਚ, ਪਵਿੱਤਰ ਵਚਨ ਦੇ ਵਿੱਚ ਔਰ ਹਿੰਦੁਸਤਾਨ ਦਾ ਨਾਮ ਜ਼ਿਕਰ ਹੈ। ਉਸ ਦਾ ਅਰਥ ਕੀ ਹੈ? ਖੁਦਾਵੰਦ ਤੁਹਾਨੂੰ ਔਰ ਮੈਨੂੰ ਪਹਿਲਾਂ ਤੋਂ ਹੀ ਜਾਣਦਾ ਸੀ। ਹਾਲੇਲੂਇਆ। ਉਹ ਤੁਹਾਡੇ ਨਾਲ ਪਹਿਲਾਂ ਤੋਂ ਪਿਆਰ ਕਰਦਾ ਹੈ। ਹਾਲੇਲੂਇਆ ਹਾਲੇਲੂਇਆ। 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 ਲਿਖਿਆ ਪੂਰਬ ਤੋਂ ਕਈ ਮਯੂਸੀ ਯਿਸੂ ਮਸੀਹ ਨੂੰ ਦੇਖਣ ਦੇ ਲਈ ਇਹ ਯਰੂਸ਼ਲਮ ਦੇ ਵਿੱਚ ਗਏ। ਹੁਣ ਧਿਆਨ ਦੇ ਨਾਲ ਸੁਣਨਾ, ਪੂਰਬ ਤੋਂ ਜਾਣ ਦਾ ਅਰਥ ਕੀ ਸੀ? ਪਹਿਲੀ ਗੱਲ, ਉਹਨਾਂ ਨੇ ਉਸ ਦੇ ਤਾਰੇ ਨੂੰ ਦੇਖਿਆ।
ਕਿਸ ਨੂੰ ਦੇਖਿਆ? ਤਾਰੇ ਨੂੰ ਦੇਖਿਆ। ਉਹਨਾਂ ਨੇ ਇੱਕ ਤਾਰੇ ਨੂੰ ਦੇਖਿਆ। ਇੱਕ ਤਾਰੇ ਨੂੰ ਪਾਲਦੇ ਪਾਲਦੇ ਉਹ ਯੀਸ਼ੂ ਮਸੀਹ ਦੇ ਕੋਲ ਪਹੁੰਚ ਗਏ। ਸੋ ਪਹਿਲੀ ਗੱਲ ਜੋ ਅਸੀਂ ਦੇਖ ਰਹੇ ਹਾਂ, ਵਾਈਜ਼ ਮੈਨ sought Jesus and they looked unto the star and went to see Jesus। ਯੀਸ਼ੂ ਮਸੀਹ ਨੂੰ ਦੇਖਣ ਦੇ ਵਾਸਤੇ ਦੂਰ ਦਾ ਸਫ਼ਰ ਕਰਦੇ ਹੋਏ ਉਹ ਤਾਰੇ ਨੂੰ ਵੇਖਦੇ ਵੇਖਦੇ ਗਏ। ਹੁਣ ਲਿਖਿਆ ਹੈ ਉਹਨਾਂ ਨੇ ਉਸ ਦਾ ਤਾਰਾ ਦੇਖਿਆ। ਕੀ ਲਿਖਿਆ ਇੱਥੇ? ਲਿਖਿਆ ਨਾ, ਐਸਾ ਲਿਖਿਆ ਉਹਨਾਂ ਨੇ ਉਸ ਦਾ ਤਾਰਾ ਉਸ ਦਾ ਤਾਰਾ ਦੇਖਿਆ। ਆਕਾਸ਼ ਦੇ ਵਿੱਚ ਕਈ ਤਾਰੇ ਨੇ, ਆਕਾਸ਼ ਦੇ ਵਿੱਚ ਜਿਹੜੇ ਅਲੱਗ-ਅਲੱਗ ਪ੍ਰਕਾਰ ਦੇ ਵੱਡੇ ਛੋਟੇ ਤਾਰੇ ਨੇ, ਲੇਕਿਨ ਉਹਨਾਂ ਨੂੰ ਹੋਰ ਕਿਸੇ ਤਾਰੇ ਦੇ ਨਾਲ ਕੋਈ ਲੈਣਾ ਦੇਣਾ ਨਹੀਂ। ਉਹਨਾਂ ਨੇ ਕਿਹਾ ਇੱਕ ਤਾਰਾ ਹੈ ਜੋ ਸਾਨੂੰ ਲੈ ਕੇ ਜਾ ਰਿਹਾ ਹੈ, ਅਸੀਂ ਉਸ ਤਾਰੇ ਦੇ ਮਗਰ ਮਗਰ ਚੱਲੀਏ। ਹਾਲੇਲੂਇਆ, ਹਾਲੇਲੂਇਆ। ਇਹ ਤਾਰਾ ਜਿੱਧਰ ਖੜਾ ਹੋਏਗਾ ਉਧਰ ਅਸੀਂ ਵੀ ਖੜੇ ਹੋਵਾਂਗੇ। ਗਿਣਤੀ ਦੀ ਕਿਤਾਬ 24 ਦੀ 17 ਆਇਤ ਨੂੰ ਪੜੋ। ਉੱਥੇ ਲਿਖਿਆ ਹੋਇਆ ਹੈ ਯਾਕੂਬ ਦੇ ਉੱਪਰ ਇੱਕ ਤਾਰਾ ਉਦੇ ਹੋਏਗਾ। ਪੜੋ ਗਿਣਤੀ ਦੀ ਕਿਤਾਬ 24 ਦੀ 17, ਨੰਬਰ 24 वर्स 17। मैं उसको देखूंगा तो सही परंतु अभी नहीं, मैं उसको निहारूंगा तो सही परंतु समीप होके नहीं। याकूब में से एक तारा उदय होगा, याकूब में से एक तारा उदय होगा। हाँ पढ़ो। और इज़राइल में से एक राजदंड उठेगा, और इज़राइल में से एक राजदंड उठेगा। हालेलुया। लिखिया याकूब तो एक तारा उदय होएगा। शायद ये ज्योतिषी लोग उस तारे ਨੂੰ ਪਾਲਦੇ ਹੋਏ ਹੀ ਉਸ ਤਾਰੇ ਨੂੰ ਵੇਖਦੇ ਹੋਏ ਜਾ ਰਹੇ ਸਨ। ਮੇਰੇ ਪਿਆਰੇ ਰੱਬ ਦੇ ਲੋਕੋ, ਤਾਰਾ ਕੌਣ ਹੈ, ਕਿਸ ਤਰ੍ਹਾਂ ਦਾ ਹੈ, ਇਸ ਨੂੰ ਜਾਣਨ ਦੀ ਕੋਈ ਲੋੜ ਨਹੀਂ। ਤਾਰਾ ਵੱਡਾ ਹੈ, ਤਾਰੇ ਦਾ ਰੰਗ ਨੀਲਾ ਹੈ, ਤਾਰੇ ਦੀ ਪੂੰਛ ਹੈ ਜਾਂ ਨਹੀਂ ਹੈ, ਇਹਦਾ ਕੋਈ ਉਹਨਾਂ ਨੂੰ ਅਰਥ ਨਹੀਂ। ਉਹਨਾਂ ਨੂੰ ਇੰਨੀ ਪਾਲ ਸੀ, ਇਹ ਤਾਰਾ ਜਾ ਰਿਹਾ ਹੈ, ਅਸੀਂ ਇਹਦੇ ਮਗਰ ਮਗਰ ਚਲੀਏ। ਹਾਲੇਲੂਇਆ। ਅੱਜ ਤੁਸੀਂ ਹੋ ਸਕਦਾ ਹੈ ਪਹਿਲੀ ਵਾਰ ਪਰਮੇਸ਼ਰ ਦੇ ਘਰ 'ਚ ਆਏ ਹੋਣਗੇ। ਕੌਣ ਤੁਹਾਨੂੰ ਲੈ ਕੇ ਆਇਆ ਇਹ ਮਾਇਨੇ ਨਹੀਂ ਰੱਖਦਾ। ਮਾਇਨੇ ਇਹ ਰੱਖਦਾ ਹੈ ਤੁਸੀਂ ਯੀਸ਼ੂ ਮਸੀਹ ਨੂੰ ਮਿਲਣ ਦੇ ਲਈ ਆਏ ਹੋ। ਹਾਲੇਲੂਇਆ। ਤੁਸੀਂ ਕਿਸ ਤਰ੍ਹਾਂ ਆਏ ਹੋ, ਚੱਲ ਕੇ ਆਏ ਹੋ, ਗੱਡੀ ਤੇ ਆਏ ਹੋ, ਪੈਸੇ ਵਾਲੇ ਹੋ, ਗਰੀਬ ਹੋ, ਇਹ ਕੋਈ ਮਾਇਨੇ ਨਹੀਂ ਰੱਖਦਾ। ਮਾਇਨੇ ਇਹ ਰੱਖਦਾ ਹੈ ਤੁਸੀਂ ਤਾਰੇ ਨੂੰ ਵੇਖ ਕੇ ਉਹਦੇ ਮਗਰ ਮਗਰ ਚੱਲ ਪਏ। ਹਾਲੇਲੂਇਆ। ਪਵਿੱਤਰ ਬਾਈਬਲ ਦੇ ਵਿੱਚ ਮੈਂ ਇਸ ਪ੍ਰਕਾਰ ਨਾਲ ਜਦੋਂ ਮੈਂ ਪੜ੍ਹਿਆ ਔਰ ਮੈਂ ਉਸ ਨੂੰ ਥੋੜਾ ਆਪਣੇ ਮਨ ਦੇ ਵਿੱਚ ਮਨਨ ਕੀਤਾ, ਜਿੱਥੇ ਯੀਸ਼ੂ ਮਸੀਹ ਪੈਦਾ ਹੋਇਆ ਉਧਰ ਦੇ ਲੋਕਾਂ ਨੂੰ ਨਹੀਂ ਸੀ ਪਤਾ ਅੱਜ ਮੁਕਤੀਦਾਤਾ ਪੈਦਾ ਹੋਇਆ। ਉਹਦਾ ਅਰਥ ਕੀ ਸੀ? ਹੈਰੋਦੇਸ ਦੇ ਰਾਜੇ ਦੇ ਕੋਲ ਜਦੋਂ ਗਏ ਉਹਨਾਂ ਨੇ ਕਿਹਾ ਦੇਖੋ ਯਹੂਦੀਆਂ ਦਾ ਰਾਜੇ ਦਾ ਜਨਮ ਕਿੱਥੇ ਹੋਇਆ ਹੈ, ਯਹੂਦੀਆਂ ਦਾ ਰਾਜੇ ਦਾ ਜਨਮ ਕਿੱਥੇ ਹੋਇਆ ਹੈ। ਹੈਰੋਦੇਸ ਰਾਜਾ ਔਰ ਉਹਦੀ ਸਾਰੀ ਪ੍ਰਜਾ ਘਬਰਾ ਗਈ। ਲੇਕਿਨ ਸੁਣੋ, ਉਸ ਦੇ ਬਾਹਰ ਜਿੰਨੇ ਲੋਕ ਸਨ, ਜਿਨ੍ਹਾਂ ਨੂੰ ਇਹ ਖਬਰ ਮਿਲਿਆ, ਉਹ ਫਟਾਫਟ ਯੀਸ਼ੂ ਮਸੀਹ ਨੂੰ ਮਿਲਣ ਦੇ ਲਈ ਗਏ। ਫਟਾਫਟ ਯੀਸ਼ੂ ਮਸੀਹ ਨੂੰ ਮਿਲਣ ਦੇ ਲਈ ਗਏ। ਆਕਾਸ਼ ਹਿਲਿਆ, ਯੀਸ਼ੂ ਮਸੀਹ ਪੈਦਾ ਹੋਇਆ, ਆਕਾਸ਼ ਦੇ ਵਿੱਚ ਇੱਕ ਤਾਰਾ ਹਿਲਿਆ। ਯੀਸ਼ੂ ਮਸੀਹ ਪੈਦਾ ਹੋਇਆ, ਇੱਕ ਕਮੋਸ਼ਨ ਚੱਲ ਰਹੀ ਸੀ। ਸਰਗਦੂਤ ਉਹਦੀ ਖਬਰ ਲੈ ਕੇ ਜਾ ਰਹੇ ਸਨ। ਪਹਿਲੀ ਖਬਰ ਕਿਸ ਕੋਲ ਗਏ? ਅਯਾਲੀਆਂ ਦੇ ਕੋਲ ਗਏ। ਅਯਾਲੀ ਬਾਹਰ ਸਨ। ਉਹਨਾਂ ਨੂੰ ਕਿਹਾ ਕਿ ਨਾ ਡਰੋ, ਅੱਜ ਦੇਖੋ ਤੁਹਾਡੇ ਲਈ ਇੱਕ ਮੁਕਤੀਦਾਤਾ ਪੈਦਾ, ਦਾਊਦ ਦੇ ਨਗਰ ਦੇ ਵਿੱਚ ਇੱਕ ਮੁਕਤੀਦਾਤਾ ਪੈਦਾ ਹੋਇਆ। ਇਹ ਖਬਰ ਜਦੋਂ ਅਯਾਲੀਆਂ ਨੂੰ ਮਿਲੀ, ਉੱਥੇ ਲਿਖਿਆ ਉਹ ਫਟਾਫਟ ਉੱਠੇ ਔਰ ਯੀਸ਼ੂ ਮਸੀਹ ਨੂੰ ਮਿਲਣ ਦੇ ਲਈ ਗਏ। ਸੁਣੋ, ਮਯੂਸੀਆਂ ਨੂੰ ਜਦ ਪਤਾ ਲੱਗਾ ਇੱਕ ਤਾਰਾ ਜਾ ਰਿਹਾ ਹੈ, ਇੱਕ ਖਾਸ ਤਾਰਾ ਹੈ, ਉਹਨਾਂ ਨੇ ਤਾਰੇ ਨੂੰ ਦੇਖ ਕੇ ਘਰ ਨਹੀਂ ਬੈਠੇ। ਉਹਨਾਂ ਨੇ ਕਿਹਾ ਇਹ ਤਾਰਾ ਜਿੱਧਰ ਨੂੰ ਜਾ ਰਿਹਾ ਹੈ ਇਹ ਯੀਸ਼ੂ ਦੇ ਵੱਲ ਲੈ ਕੇ ਜਾਏਗਾ, ਚਲੋ ਉਠੋ ਉਸ ਨੂੰ ਮਿਲਣ ਦੇ ਲਈ ਚਲੀਏ। ਇਹ ਖਬਰ ਬਾਹਰ ਵਾਲਿਆਂ ਨੂੰ ਕਿਉਂ ਮਿਲਿਆ? ਇਹ ਬਾਹਰ ਵਾਲਿਆਂ ਦੀ ਗੱਲ ਨਹੀਂ ਸੀ, ਇਹ ਉਹਨਾਂ ਦੇ ਲਈ ਸੀ ਜਿਨ੍ਹਾਂ ਦਾ ਦਿਲ ਉਸ ਇਸ਼ਾਰੇ ਨੂੰ ਸਮਝ ਕੇ ਜਾਣ ਦੇ ਲਈ ਤਿਆਰ ਸਨ। ਹਾਲੇਲੂਇਆ। ਕਬੂਲ ਕਰਨ ਦੇ ਲਈ ਤਿਆਰ ਸਨ। ਹਾਲੇਲੂਇਆ। ਹਾਲੇਲੂਇਆ। ਇਹ ਕੋਈ ਮਾਇਨੇ ਨਹੀਂ ਰੱਖਦਾ। ਤੁਸੀਂ ਭਾਵੇਂ ਲੱਖ ਵਾਰੀ ਵਚਨ ਸੁਣਿਆ ਹੋਵੇ, 100 ਵਾਰੀ ਵਚਨ ਸੁਣਿਆ ਹੋਵੇ, ਲੇਕਿਨ ਇਹ ਕੋਈ ਮਾਇਨੇ ਨਹੀਂ ਰੱਖਦਾ। ਤੁਸੀਂ ਜੇ ਵਚਨ ਨੂੰ ਸੁਣਿਆ, ਗ੍ਰਹਿਣ ਕੀਤਾ ਔਰ ਉਹਦੇ ਅਨੁਸਾਰ ਚੱਲਦੇ ਹੋ, ਤਾਰਾ ਤੁਹਾਡੇ ਉੱਤੇ ਵੀ ਉਦੇ ਹੋਵੇਗਾ। ਹਾਲੇਲੂਇਆ। 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 ਵਚਨ ਦੇ ਵਿੱਚ ਲਿਖਿਆ, ਰੋਮੀਆਂ ਦੀ ਪੱਤਰੀ ਦੇ ਵਿੱਚ ਇਸ ਪ੍ਰਕਾਰ ਨਾਲ ਲਿਖਿਆ ਹੈ ਕਿ ਪਰਮੇਸ਼ਰ ਨੇ ਆਪਣੇ ਅਣਡਿੱਠ ਗੁਣਾਂ ਦੇ ਅਨੁਸਾਰ ਪ੍ਰਗਟ ਕੀਤਾ ਹੈ ਕਿ ਉਹ ਹੈ। ਪਰਮੇਸ਼ਰ ਨੇ ਆਪਣੇ ਅਣਡਿੱਠ ਗੁਣਾਂ ਦੇ ਅਨੁਸਾਰ ਖੁਦਾ ਨੇ ਪ੍ਰਗਟ ਕੀਤਾ ਹੈ ਕਿ ਉਹ ਹੈ।
ਇਹਦਾ ਅਰਥ ਹੈ ਜ਼ਬੂਰ 14 ਸਾਮਸ 14 ਵਰਸ 1 ਇਸ ਪ੍ਰਕਾਰ ਨਾਲ ਕਹਿੰਦਾ ਹੈ ਮੂਰਖ ਨੇ ਕਿਹਾ ਕਿ ਪਰਮੇਸ਼ਵਰ ਹੈ ਹੀ ਨਹੀਂ। ਮੂਰਖ ਇਸ਼ਾਰਿਆਂ ਨੂੰ ਸਮਝ ਕੇ ਚੱਲਦਾ ਨਹੀਂ। ਮੂਰਖ ਵਿਅਕਤੀ ਪਰਮੇਸ਼ਰ ਦੇ ਬਾਰੇ ਸੁਣ ਕੇ ਵੀ ਤੋਬਾ ਦੇ ਵੱਲ ਜਾਂਦਾ ਨਹੀਂ। ਲੇਕਿਨ ਜਿਹੜਾ ਵਿਅਕਤੀ ਪਰਮੇਸ਼ਰ ਦੇ ਉਸ ਇਸ਼ਾਰਿਆਂ ਨੂੰ ਸਮਝ ਕੇ ਵਚਨ ਨੂੰ ਸੁਣ ਕੇ ਪ੍ਰਭੂ ਯਿਸੂ ਮਸੀਹ ਦੇ ਕੋਲ ਆਂਦਾ ਹੈ ਉਹ ਸਮਝਦਾਰ ਗਿਣਿਆ ਜਾਂਦਾ ਹੈ। ਹਾਲੇਲੂਇਆ। ਅੱਜ ਦੁਨੀਆ ਦੇ ਵਿੱਚ ਸਮਝਦਾਰ ਕਿਸ ਨੂੰ ਗਿਣਿਆ ਜਾਂਦਾ ਹੈ? ਪੈਸੇ ਵਾਲੇ ਨੂੰ ਸਮਝਦਾਰ ਗਿਣਦੇ ਹੋ, ਪੜ੍ਹਾਈ ਲਿਖਾਈ ਵਾਲਿਆਂ ਨੂੰ ਸਮਝਦਾਰ ਗਿਣਦੇ ਹੋ, ਸਾਇੰਟਿਸਟ ਨੂੰ ਸਮਝਦਾਰ ਗਿਣਦੇ ਹੋ, ਵੱਧ ਤੋਂ ਵੱਧ ਡਿਗਰੀ ਲਏ ਵਾਲੇ ਨੂੰ ਸਮਝਦਾਰ ਗਿਣਦੇ ਹੋ। ਪਵਿੱਤਰ ਬਾਈਬਲ ਸਾਨੂੰ ਕਿਸੇ ਦੇ ਬਾਰੇ ਨਹੀਂ ਦੱਸਦਾ। ਪਵਿੱਤਰ ਬਾਈਬਲ ਕਹਿੰਦਾ ਹੈ ਪਰਮੇਸ਼ਰ ਦਾ ਧੰਨਵਾਦ ਕਰੋ ਕਿ ਖੁਦਾ ਨੇ ਜਗਤ ਦੇ ਮੂਰਖਾਂ ਨੂੰ ਚੁਣ ਲਿਆ ਤਾਂ ਕਿ ਅਕਲਮੰਦਾਂ ਨੂੰ ਇਸ ਸੰਸਾਰ ਦੇ ਬੁੱਧਮਾਨਾਂ ਨੂੰ ਸ਼ਰਮਿੰਦਾ ਕਰ ਸਕੇ। ਹਾਲੇਲੂਇਆ। ਹਾਲੇਲੂਇਆ। ਪਰ ਖੁਦਾ ਨੇ ਇਸ ਸੰਸਾਰ ਦੇ ਬਲਹੀਨਾਂ ਨੂੰ ਚੁਣ ਲਿਆ ਤਾਂ ਕਿ ਬਲਵਾਨਾਂ ਨੂੰ ਸ਼ਰਮਿੰਦਾ ਕਰ ਸਕੇ। ਮੇਰੇ ਪਿਆਰੇ ਅਜ਼ੀਜ਼ੋ, ਸਮਝਦਾਰ ਸਿਆਣਾ ਮਾਯੂਸੀ ਉਹ ਹੈ ਜਿਸ ਨੇ ਤਾਰਾ ਦੇਖਿਆ, ਜਿਸ ਨੇ ਇਸ਼ਾਰਾ ਦੇਖਿਆ, ਜਿਸ ਨੇ ਵਚਨ ਨੂੰ ਸੁਣਿਆ ਔਰ ਕਿਹਾ ਆਓ ਅਸੀਂ ਯਿਸੂ ਮਸੀਹ ਨੂੰ ਮਿਲਣ ਦੇ ਲਈ ਚਲੀਏ, ਹਾਲੇਲੂਇਆ। ਆਓ ਅਸੀਂ ਯਿਸੂ ਦੇ ਘਰ ਚਲੀਏ, ਆਓ ਅਸੀਂ ਯਿਸੂ ਦੇ ਲਈ ਆਪਣੇ ਦਿਲਾਂ ਨੂੰ ਖੋਲੀਏ। ਅੱਜ ਵੀ ਸਮਝਦਾਰ ਲੋਕ ਯਿਸੂ ਮਸੀਹ ਦੀ ਭਾਲ ਕਰ ਰਹੇ ਨੇ। ਪੜਾਂਗੇ ਯਰਮੀਆ ਦੀ ਕਿਤਾਬ 29 ਬਾਬ ਔਰ ਉਸ ਦੀ 13 ਆਇਤ ਨੂੰ ਪੜਾਂਗੇ। ਦ ਬੁੱਕ ਆਫ ਜਰਮਾਇਆ ਚੈਪਟਰ 29 ਵਰਸ 13। ਯਰਮੀਆ ਦੀ ਕਿਤਾਬ 29 ਬਾਬ ਔਰ ਉਸ ਦੀ 13 ਆਇਤ ਨੂੰ ਪੜੀਏ। तुम मुझे ढूंढोगे और पाओगे भी, हाँ। क्योंकि तुम अपने संपूर्ण मन से मेरे पास आओगे। ਬਸ ਪੰਜਾਬੀ ਦੇ ਵਿੱਚ ਪੜੋ ਔਰ ਇਸ ਆਇਤ ਨੂੰ ਅਸੀਂ ਸਾਰੇ ਉੱਚੀ ਆਵਾਜ਼ ਨਾਲ ਬੋਲਾਂਗੇ ਪਿੱਛੇ। ਹਾਂ, ਤੁਸੀਂ ਮੈਨੂੰ ਭਾਲੋਗੇ ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ ਅਤੇ ਲੱਭੋਗੇ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਜਦ ਤੁਸੀਂ ਆਪਣੇ ਸਾਰੇ ਦਿਲ ਨਾਲ ਮੈਨੂੰ ਭਾਲੋਗੇ। ਮੈਨੂੰ ਹਾਲੇਲੂਇਆ। ਭਾਲੋਗੇ। ਲਿਖਿਆ ਤੁਸੀਂ ਮੈਨੂੰ ਪਾਲੋਗੇ ਅਤੇ ਲੱਭੋਗੇ ਲੱਭੋਗੇ। ਤੁਸੀਂ ਮੈਨੂੰ ਪਾਲੋਗੇ ਅਤੇ ਲੱਭੋਗੇ। ਸਾਰੇ ਬੋਲੋ ਤੁਸੀਂ ਮੈਨੂੰ ਪਾਲੋਗੇ ਤੁਸੀਂ ਮੈਨੂੰ ਭਾਲੋਗੇ ਅਤੇ ਲੱਭੋਗੇ। ਅਤੇ ਲੱਭੋਗੇ। ਜੇਕਰ ਖੁਦਾ ਨੂੰ ਤੁਸੀਂ ਪਾਲੋਗੇ ਤੁਸੀਂ ਜ਼ਰੂਰ ਪਰਮੇਸ਼ਰ ਨੂੰ ਲੱਭੋਗੇ। ਵਚਨ ਦੇ ਵਿੱਚ ਲਿਖਿਆ ਹੈ ਪਹਿਲਾ ਕੁਰਿੰਥੀ 8 ਬਾਬ ਦੇ ਜਿਸ ਪ੍ਰਕਾਰ ਨਾਲ ਲਿਖਿਆ ਉਸ ਦੀ ਮਹਿਮਾ ਦੇ ਬਾਰੇ ਲਿਖਿਆ ਪਰਮੇਸ਼ਰ ਆਪ ਤਨੀ ਹੁੰਦੇ ਹੋਏ ਸਾਡੇ ਲਈ ਕੰਗਾਲ ਬਣ ਕੇ ਆਇਆ। ਸਾਡੇ ਲਈ ਕੰਗਾਲ ਬਣ ਕੇ ਆਇਆ। ਅਸੀਂ ਉਹਦੇ ਯੋਗ ਨਹੀਂ ਸਾਂ ਲੇਕਿਨ ਪਰਮੇਸ਼ਰ ਨੇ ਆਪਣੇ ਇਕਲੌਤੇ ਪੁੱਤਰ ਨੂੰ ਇਸ ਸੰਸਾਰ ਦੇ ਲਈ ਭੇਜਿਆ। ਅੱਜ ਦੇ ਇਸ ਦਿਨ ਦੇ ਅਨੁਸਾਰ ਜੋ ਸਾਰੀ ਦੁਨੀਆ ਮੰਨਦੀ ਹੈ ਤੁਹਾਨੂੰ ਪਾਲਣ ਦੇ ਲਈ ਆਇਆ। ਹਾਲੇਲੂਇਆ। ਮਨੁੱਖ ਨੇ ਪਰਮੇਸ਼ਰ ਨੂੰ ਨਹੀਂ, ਮਨੁੱਖ ਨੇ ਪਰਮੇਸ਼ਰ ਨੂੰ ਨਹੀਂ ਪਰੰਤੂ ਪਰਮੇਸ਼ਰ ਨੇ ਤੁਹਾਨੂੰ ਲੱਭ ਲਿਆ। ਹਾਲੇਲੂਇਆ। ਹਾਲੇਲੂਇਆ। ਪਰਮੇਸ਼ਰ ਨੇ ਇਸ਼ਾਰਾ ਦਿਖਾਇਆ, ਇੱਕ ਤਾਰਾ ਦਿਖਾਇਆ, ਇੱਕ ਇਸ਼ਾਰਾ ਦਿਖਾਇਆ ਕਿ ਤੁਹਾਨੂੰ ਲੱਭਣ ਦੀ ਲੋੜ ਨਹੀਂ, ਮੈਂ ਤੁਹਾਨੂੰ ਖੁਦ ਇੱਕ ਰਸਤਾ ਦਿਖਾ ਰਿਹਾ ਹਾਂ ਜੋ ਤੁਹਾਨੂੰ ਸਹੀ ਰਸਤੇ ਦੇ ਵਿੱਚ ਲੈ ਕੇ ਜਾਵਾਂਗਾ। ਹਾਲੇਲੂਇਆ। ਤੁਸੀਂ ਪਾਲੋਗੇ ਤਾਂ ਤੁਸੀਂ ਜ਼ਰੂਰ ਲੱਭੋਗੇ। ਅੱਜ ਤੁਸੀਂ ਯਿਸੂ ਮਸੀਹ ਨੂੰ ਪਾਲਣ ਦੇ ਲਈ ਆਏ। ਇਸ ਗੱਲ ਨੂੰ ਜਾਣਨਾ ਤੁਸੀਂ ਆਪਣੇ ਕੰਮਾਂ ਦੇ ਅਨੁਸਾਰ ਪ੍ਰਭੂ ਨੂੰ ਨਹੀਂ ਪਾ ਸਕਦੇ। ਤੁਸੀਂ ਆਪਣੇ ਪੈਸੇ ਦੇ ਅਨੁਸਾਰ ਪ੍ਰਭੂ ਨੂੰ ਨਹੀਂ ਪਾਲ ਸਕਦੇ। ਤੁਸੀਂ ਆਪਣੇ ਜਾਤੀ ਦੀ ਸ਼੍ਰੇਣੀ ਦੇ ਅਨੁਸਾਰ ਉੱਚ ਕੌਮ ਦੇ ਵਿੱਚ ਸੋਚਦੇ ਹੋਏ ਮਨੁੱਖ ਦੀ ਕਲਪਨਾ ਦੇ ਅਨੁਸਾਰ ਤੁਸੀਂ ਪਰਮੇਸ਼ਰ ਨੂੰ ਨਹੀਂ ਪਾਲ ਸਕਦੇ। ਆਪਣੀ ਪੜ੍ਹਾਈ ਦੀ ਗਿਆਨ ਦੇ ਵਾਧੇ ਦੇ ਕਾਰਨ ਤੁਸੀਂ ਖੁਦਾ ਨੂੰ ਨਹੀਂ ਪਾਲ ਸਕਦੇ। ਪਰ ਕੌਣ ਪਾਲ ਸਕਦਾ ਹੈ? ਜਿਹੜਾ ਆਪਣਾ ਦਿਲ ਪ੍ਰਭੂ ਦੇ ਲਈ ਖੋਲੇਗਾ। ਕੀ ਤੁਸੀਂ ਅੱਜ ਸਮਝਦਾਰ ਬਣੋਗੇ? ਹਾਲੇਲੂਇਆ। ਵਚਨ ਦੇ ਵਿੱਚ ਲਿਖਿਆ ਇਹ ਰਾਜਾ ਪੈਦਾ ਹੋਇਆ। ਕੌਣ ਪੈਦਾ ਹੋਇਆ? ਰਾਜਾ ਪੈਦਾ। ਮਯੂਸਿਆ ਨੇ ਜਾ ਕੇ ਕਿਹਾ ਹੈਰੋਦੇਸ ਨੂੰ ਰਾਜੇ ਨੇ ਪੁੱਛਿਆ ਯਹੂਦੀਆਂ ਦੇ ਰਾਜੇ ਦਾ ਜਨਮ ਕਿੱਥੇ ਹੋਇਆ? ਲਿਖਿਆ ਯਹੂਦੀਆਂ ਦੇ ਰਾਜੇ ਦਾ ਜਨਮ ਕਿੱਥੇ ਹੋਇਆ? ਹੁਣ ਤੁਸੀਂ ਮੈਨੂੰ ਦੱਸੋ ਕੀ ਕਦੀ ਕੋਈ ਜੰਮਦੇ ਸਾਰ ਰਾਜਾ ਬਣਦਾ ਹੈ? ਨਹੀਂ। ਰਾਜੇ ਦੇ ਘਰ ਬੇਟਾ ਪੈਦਾ ਹੋਏ ਉਸ ਨੂੰ ਕੀ ਕਹਿੰਦੇ ਨੇ? ਰਾਜਕੁਮਾਰ। ਰਾਜਕੁਮਾਰ। ਲੇਕਿਨ ਪ੍ਰਭੂ ਦਾ ਧੰਨਵਾਦ ਕਰੋ ਯਿਸੂ ਮਸੀਹ ਜਨਮ ਤੋਂ ਹੀ ਰਾਜਿਆਂ ਦਾ ਰਾਜਾ ਸੀ। ਹਾਲੇਲੂਇਆ। ਉਹ ਰਾਜਾ ਬਣ ਕੇ ਦੁਨੀਆ ਦੇ ਵਿੱਚ ਆਇਆ। ਪ੍ਰਭੂ ਦਾ ਧੰਨਵਾਦ ਕਰੋ ਤੁਸੀਂ ਔਰ ਮੈਂ ਰਾਜਿਆਂ ਦੇ ਰਾਜਾ ਪ੍ਰਭੂ ਦਾ ਆਰਾਧਨਾ ਪ੍ਰਭੂ ਦੀ ਸਤੁਤੀ ਕਰਦੇ ਆ। ਤੁਸੀਂ ਰਾਜਿਆਂ ਦੇ ਰਾਜੇ ਦੀ ਸੰਤਾਨ ਹੋ। ਹਾਲੇਲੂਇਆ। 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 ਇਹ ਰਾਜਾ ਔਰ ਹੈਰੋਦੇਸ ਰਾਜੇ ਦੇ ਵਿੱਚ ਬੜਾ ਫਰਕ ਸੀ।
ਯਿਸੂ ਮਸੀਹ ਜੋ ਰਾਜਾ ਹੋਇਆ ਔਰ ਹੈਰੋਦੇਸ ਰਾਜੇ ਦੇ ਵਿੱਚ ਬੜਾ ਫਰਕ ਹੈ ਬਹੁਤ ਫਰਕ ਸੀ। ਕਿਉਂ ਫਰਕ ਸੀ? ਕਿਉਂਕਿ ਹੈਰੋਦੇਸ ਰਾਜਾ ਦੂਸਰਿਆਂ ਨੂੰ ਡਰਾ ਰਿਹਾ ਸੀ। ਹੈਰੋਦੇਸ ਰਾਜਾ ਬੱਚਿਆਂ ਨੂੰ ਮਾਰ ਰਿਹਾ ਸੀ। ਉੱਥੇ ਲਿਖਿਆ 2 ਸਾਲ ਦੇ ਛੋਟੇ ਬੱਚਿਆਂ ਨੂੰ ਉਸਨੇ ਮਰਵਾ ਛੱਡਿਆ। ਜਦ ਉਸਨੂੰ ਪਤਾ ਲੱਗਾ ਮੇਰੇ ਰਾਜ ਦੇ ਵਿੱਚ ਇੱਕ ਹੋਰ ਰਾਜਾ ਪੈਦਾ ਹੋ ਗਿਆ, ਉਸਨੇ ਕਿਹਾ ਬੱਚਿਆਂ ਨੂੰ ਮਾਰੋ ਜਿਹਨੇ 2 ਸਾਲ ਦੇ ਬੱਚੇ ਨੇ। ਲੇਕਿਨ ਮੁਕਤੀਦਾਤਾ ਨੂੰ ਕੌਣ ਮਾਰ ਸਕਦਾ? ਹਾਲੇਲੂਇਆ ਹਾਲੇਲੂਇਆ। लेकिन प्रभु यीशु मसीह मारन दे लिए नहीं आया। यीशु मसीह खुद अपनी जान सूली उत्ते दित्ती ताकि उसके लहू बहाए दे द्वारा तुसी सब बचाए जा सको। ਹਾਲੇਲੂਇਆ हालेलुया। हालेलुया। ए राजे दे विच और हेरोदेस राजे दे विच बड़ा फर्क सी। हेरोदेस राजे दे उत्ते एक ताज सी जो टेंपररी सी, जद तक वो जीवित सी तद तक ही सी। जदों मर गया उसदा राजा उसदे राजे दा मुकुट उस कोलों खो लिया गया। लेकिन यीशु मसीह राजा बन के आया। यीशु मसीह राजा होके रहा। लोगों ने ਉਹਦੇ ਸਿਰ ਦੇ ਉੱਤੇ ਕੰਡਿਆਂ ਦਾ ਤਾਜ ਮਜ਼ਾਕ ਦੇ ਵਾਂਗੂ ਰੱਖਿਆ। ਉਸ ਦੇ ਸਲੀਬ ਦੇ ਉੱਤੇ ਲਿਖਵਾਇਆ ਗਿਆ ਇਹ ਯਹੂਦੀਆਂ ਦਾ ਰਾਜਾ ਹੈ। ਲੇਕਿਨ ਉਹਨਾਂ ਨੂੰ ਨਹੀਂ ਸੀ ਪਤਾ ਇਹ ਕੰਡਿਆਂ ਦੇ ਤਾਜ ਨੂੰ ਪ੍ਰਭੂ ਯੀਸ਼ੂ ਮਸੀਹ ਜਿੱਤ ਦਾ ਤਾਜ ਦੇ ਵਿੱਚ ਬਦਲ ਦੇਵੇਗਾ। ਹਾਲੇਲੂਇਆ ਹਾਲੇਲੂਇਆ। ਹਾਲੇਲੂਇਆ। ਉਹ ਰਾਜਾ ਹੈ। ਹੈਰੋਦੇਸ ਰਾਜੇ ਨੂੰ ਉਹਨਾਂ ਨੇ ਆ ਕੇ ਪੁੱਛਿਆ ਯਹੂਦੀਆਂ ਦਾ ਰਾਜੇ ਦਾ ਜਨਮ ਕਿੱਥੇ ਹੋਇਆ? ਕਿੱਥੇ ਹੋਇਆ ਹੈ? ਅਗਲੀ ਗੱਲ ਲਿਖਿਆ ਜਦ ਤੁਸੀਂ ਪਾਲੋਗੇ ਤੁਸੀਂ ਉਸ ਨੂੰ ਜ਼ਰੂਰ ਮਿਲੋਗੇ। ਜਦ ਤੁਸੀਂ ਪਾਲੋਗੇ ਤੁਸੀਂ ਉਸ ਨੂੰ ਜ਼ਰੂਰ ਮਿਲੋਗੇ। ਅਗਲੀ ਗੱਲ ਹੈ ਮਯੂਸੀਆਂ ਨੇ ਪ੍ਰਭੂ ਯੀਸ਼ੂ ਮਸੀਹ ਦੀ ਆਰਾਧਨਾ ਕੀਤੀ। ਕਿਹਦੀ ਆਰਾਧਨਾ ਕੀਤੀ? प्रभु यीशु मसीह ਕਿਹਦੀ ਆਰਾਧਨਾ ਕੀਤੀ? प्रभु यीशु ਆਏ ਅਸੀਂ ਪੜਾਂਗੇ 2 ਦੀ 12 ਆਇਤ ਨੂੰ ਪੜੋ। 2 ਦੀ 10 और 11 ਆਇਤ ਨੂੰ ਪੜੀਏ। ਅਤੇ ਤਾਰੇ ਨੂੰ ਵੇਖ ਕੇ ਉਹ ਵੱਡੇ ਹੀ ਆਨੰਦ ਹੋਏ ਅਤੇ ਉਹਨਾਂ ਨੇ ਉਸ ਘਰ ਵਿੱਚ ਜਾ ਕੇ ਬਾਲਕ ਨੂੰ ਅਤੇ ਉਹਦੀ ਮਾਤਾ ਮਰੀਮ ਨੂੰ ਨਾਲ ਡਿਠਾ ਔਰ ਪੈਰੀ ਪੈ ਕੇ ਉਹਨੂੰ ਮੱਥਾ ਟੇਕਿਆ ਅਤੇ ਆਪਣੀਆਂ ਥੈਲੀਆਂ ਖੋਲ ਕੇ ਸੋਨਾ ਅਤੇ ਲੁਬਾਨ ਅਤੇ ਗੰਧਰਸ ਉਹਦੀ ਭੇਟ ਕੀਤੀ। ਬਸ ਲਿਖਿਆ ਹੈ ਉਸ ਤਾਰੇ ਨੂੰ ਦੇਖ ਕੇ ਬੜੇ ਖੁਸ਼ ਹੋਏ। ਉਹਨਾਂ ਨੇ ਉਸ ਘਰ ਦੇ ਵਿੱਚ ਪਹੁੰਚ ਕੇ ਕਿੱਧਰ ਉਸ ਘਰ ਕਿੱਧਰ कार दे विच ਸੁਣੋ ਮਯੂਸੀ ਲੋਕਾਂ ਨੇ ਯੀਸ਼ੂ ਮਸੀਹ ਨੂੰ ਕਿੱਥੇ ਪਾਇਆ? ਘਰ ਦੇ ਵਿੱਚ ਚਰਨੀ 'ਚ कार दे विच ਚਰਨੀ 'ਚ ਪਾਇਆ? नहीं ਅਯਾਲੀਆਂ ਨੇ ਮਰੀਮ ਨੂੰ ਚਰਨੀ 'ਚ ਪਾਇਆ। ਲੇਕਿਨ ਮਯੂਸੀਆਂ ਨੇ ਯੀਸ਼ੂ ਮਸੀਹ ਨੂੰ ਕਿੱਧਰ ਪਾਇਆ? ਘਰ कार 'ਚ दे विच ਕਿੱਧਰ? कार दे विच ਸਾਰੇ ਬੋਲੋ ਘਰ ਦੇ ਵਿੱਚ। ਘਰ ਦੇ ਵਿੱਚ ਸੋ ਜੇ ਤੁਸੀਂ ਚਰਨੀ ਬਣਾਇਆ ਉਹਦੇ ਲਾਗੇ ਜਾ ਕੇ 3 ਮਯੂਸੀ ਰੱਖੇ ਬਿਲਕੁਲ ਗਲਤ ਹੈ। ਪਹਿਲੀ ਗੱਲ 3 ਮਯੂਸੀ ਸੀ ਨਹੀਂ ਕਿਉਂਕਿ ਬੱਚੇ 'ਚ ਲਿਖਿਆ ਉੱਤੇ ਕਈ ਮਯੂਸੀ ਸਨ। ਪਹਿਲੀ ਆਇਤ 'ਚ ਲਿਖਿਆ ਕਿੰਨੇ? कई मयूसी ਕਈ। ਦੂਸਰੀ ਗੱਲ ਚਰਨੀ ਦੇ ਵਿੱਚ ਉਹਨਾਂ ਨੇ ਯੀਸ਼ੂ ਮਸੀਹ ਨੂੰ ਨਹੀਂ ਪਾਇਆ। ਲਿਖਿਆ ਯੀਸ਼ੂ ਮਸੀਹ ਨੂੰ ਉਹਨਾਂ ਨੇ ਘਰ ਦੇ ਵਿੱਚ ਪਾਇਆ। ਕਿੱਧਰ ਪਾਇਆ? कार दे विच पाया। ਅਗਲੀ ਗੱਲ ਸੁਣਨਾ ਜਦ ਉਹਨਾਂ ਨੇ ਉਸ ਨੂੰ ਘਰ ਦੇ ਵਿੱਚ ਪਹੁੰਚੇ ਉਹਨਾਂ ਨੇ ਬਾਲਕ ਨੂੰ ਉਸ ਦੀ ਮਾਂ ਮਰੀਮ ਦੇ ਨਾਲ ਦੇਖਿਆ। ਲੇਕਿਨ ਮੱਥਾ ਕਿਸ ਨੂੰ ਟੇਕਿਆ? बालक नु ਕਿਸ ਨੂੰ? ਪ੍ਰਭੂ ਯੀਸ਼ੂ। ਸਾਰੇ ਬੋਲੋ ਪ੍ਰਭੂ ਯੀਸ਼ੂ ਮਸੀਹ ਨੂੰ। प्रभु यीशु मसीह नु ਕਿਸ ਦੀ ਆਰਾਧਨਾ ਕੀਤੀ? ਪ੍ਰਭੂ ਯੀਸ਼ੂ ਮਸੀਹ ਕਿਸ ਦੀ ਆਰਾਧਨਾ ਕੀਤੀ? ਪ੍ਰਭੂ ਯੀਸ਼ੂ ਮਸੀਹ ਦੀ। ਤੁਹਾਡੀ ਔਰ ਮੇਰੀ ਆਰਾਧਨਾ ਸਿਰਫ ਔਰ ਸਿਰਫ ਪ੍ਰਭੂ ਯੀਸ਼ੂ ਮਸੀਹ ਦੀ ਹੋਣੀ ਪਾਏ। ਹਾਲੇਲੂਇਆ ਹਾਲੇਲੂਇਆ। ਤੁਹਾਡਾ ਮੁਕਤੀਦਾਤਾ ਮੇਰਾ ਮੁਕਤੀਦਾਤਾ ਕੋਈ ਹੋਰ ਨਹੀਂ ਪ੍ਰਭੂ ਯੀਸ਼ੂ ਮਸੀਹ ਹੀ ਹੈ। ਵਚਨ 'ਚ ਲਿਖਿਆ ਆਕਾਸ਼ ਦੇ ਹੇਠਾਂ ਮਨੁੱਖਾਂ ਦੇ ਵਿਚਕਾਰ ਕੇਵਲ ਇੱਕੋ ਇੱਕ ਨਾਮ ਦਿੱਤਾ ਗਿਆ ਜਿਸ ਤੋਂ ਅਸੀਂ ਬਚਾਏ ਜਾਂਦੇ ਹਾਂ। ਕਿਹੜਾ ਨਾਮ ਹੈ? ਪ੍ਰਭੂ ਯੀਸ਼ੂ ਸਾਰੇ ਮਸੀਹ। ਬੋਲੋ ਕਿਹੜਾ ਨਾਮ ਹੈ? ਪ੍ਰਭੂ ਯੀਸ਼ੂ ਮਸੀਹ। ਅਸੀਂ ਕਿਸ ਦੀ ਆਰਾਧਨਾ ਕਰਨੀ ਹੈ? ਪ੍ਰਭੂ ਯੀਸ਼ੂ ਮਸੀਹ ਦੀ। ਯੀਸ਼ੂ ਮਸੀਹ ਦੀ ਹੀ ਆਰਾਧਨਾ ਕਰਨੀ ਹੈ। हालेलुया ਹਾਲੇਲੂਇਆ ਹਾਲੇਲੂਇਆ। ਪੜਾਂਗੇ ਫਿਲਿੱਪੀਆਂ ਦੀ ਪੱਤਰੀ 2:5 ਤੋਂ 11 ਆਇਤ ਨੂੰ ਪੜਾਂਗੇ। ਜਲਦੀ ਪੜੀਏ ਫਿਲਿੱਪੀਆਂ ਦੀ ਪੱਤਰੀ ਦ ਲੈਟਰ ਟੂ ਫਿਲਿੱਪੀਅਨਸ ਚੈਪਟਰ 2 ਵਰਸਸ 5 to 11 ਜਲਦੀ ਤੋਂ ਪੜੀਏ। जैसा मसीह यीशु का स्वभाव था वैसा ही तुम्हारा भी स्वभाव हो हाँ। जिसने परमेश्वर के स्वरूप में होकर भी परमेश्वर के तुल्य होने को अपने वश में रखने की वस्तु ना समझा हाँ। वरन अपने आप को ऐसा शून्य कर दिया और दास का स्वरूप धारण किया हाँ जी। और मनुष्य की समानता में हो गया मनुष्य की समानता में हो गया और मनुष्य के रूप में प्रकट होकर हाँ। अपने आप को दीन किया अपने आप को दीन किया और यहाँ तक आज्ञाकारी रहा यहाँ तक आज्ञाकारी रहा कि मृत्यु हाँ। हाँ क्रूस की मृत्यु भी सह ली। हाँ। इस कारण परमेश्वर ने उसको अति महान भी किया हाँ जी। और उसको वह नाम दिया जो सब नामों में श्रेष्ठ है हाँ। कि जो स्वर्ग में और पृथ्वी पर और पृथ्वी के नीचे है वे सब यीशु के नाम पर घुटना टेके हाँ। और परमेश्वर पिता की महिमा के लिए हर एक जीव अंगीकार
स्वीकार कर ले कि यीशु मसीह ही प्रभु है। हालेलुया। हालेलुया। सारे मेरे पीछे बोलेंगे यीशु मसीह ही प्रभु है। 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 हालेलुया। हालेलुया। वचन च लिखिया पिता परमेश्वर ने उसਨੂੰ ऐसा दीन ਕੀਤਾ ਮਨੁੱਖ ਦਾ ਰੂਪ ਧਾਰਨ ਕਰਕੇ ਆਇਆ ਉਸਨੇ ਆਪਣੇ ਆਪ ਨੂੰ ਇੰਨਾ ਨੀਵਾਂ ਕੀਤਾ ਤਾਂ ਕਿ ਉਹ ਉੱਚਾ ਕੀਤਾ ਜਾਵੇ ਔਰ ਵਚਨ ਚ ਲਿਖਿਆ ਇਸ ਲਈ ਉੱਚਾ ਕੀਤਾ ਗਿਆ ताकि हर एक घुटना ਉਹਦੇ ਅੱਗੇ ਝੁਕੇ हर ਜ਼ਬਾਨ ਕਹੇ कि यीशु ही प्रभु है। हालेलुया। ਸਾਡੇ ਲਈ ਹੋਰ ਕੋਈ ਪ੍ਰਭੂ ਨਹੀਂ ਸਾਡੇ ਲਈ ਹੋਰ ਕੋਈ ਵਿਅਕਤੀ ਦੀ ਅਸੀਂ ਆਰਾਧਨਾ ਨਹੀਂ ਕਰਦੇ ਹੋਰ ਕਿਸੇ ਚੀਜ਼ ਦੀ ਮਨੁੱਖਾਂ ਦੇ ਬਣਾਏ ਹੋਏ ਵਸਤੂਆਂ ਦੀ ਆਰਾਧਨਾ ਨਹੀਂ ਸਾਡੇ ਲਈ ਆਰਾਧਨਾ ਸਤੁਤੀ ਮਹਿਮਾ ਦੇ ਯੋਗ ਕੇਵਲ ਇੱਕ ਹੀ ਹੈ ਪ੍ਰਭੂ ਯੀਸ਼ੂ ਮਸੀਹ। ਇੱਕ ਵਾਰੀ ਇੱਕ ਪੇਂਟਰ ਸੀ ਉਸਦਾ ਨਾਮ ਸੀ ਮਾਈਕਲ ਐਂਜਲੋ ਸੌਰੀ forgot the name एक बहुत खूबसूरत एक पेंटर सी लियोनार्डो डा विंची। लियोनार्डो डा विंची ने एक पेंटिंग बनाई उसने जब पेंटिंग बनाई तो उसने प्रभु यीशु मसीह दे लॉर्ड सपर जिहड़ा प्रभु भोजन दा आखिरी सी चेलियां दे नाल बैठे उसदी एक तस्वीर बनाई बहुत खूबसूरत फोटो पिक्चर बनाई। जब उसने पिक्चर नूं बनाया तो सारे लोग बैठे सन उसने अपने मित्र नूं बुलाया उसने कहा तुहानूं इस जिहड़ी मेरी फोटो बनाई है ये प्रभु भोजन की जिहड़ी मैं फोटो बनाई है प्रभु यीशु मसीह विचकार है 12 चेले उसके इर्द गिर्द है तुहानूं की चंगा लग रहा है की देखने दे विच की चंगा है। उसने कहा जिहड़ा यीशु मसीह ने अपने हाथ विच प्याला फड़िया है जिहड़ा कप फड़िया ना वो बड़ा खूबसूरत है वो बड़ा खूबसूरत है। उसने कहा मेरे दोस्त थोड़ा साइड ते हो जा उसने ब्रश लिया उस वेले उसने कप नूं मिटाता उसने कहा दोस्त ने कहा एक ही काम करता ये तो बड़ा खूबसूरत सी तू इसनूं पेंट दे नाल उसनूं मिटा क्यों दिता कहंदा कि नहीं मेरा यीशु मेरा पहला होने पाए। हालेलुया। जेड़ी चीज मेरे यीशु नूं प्रथम स्थान ना देवे वो मेरी जिंदगी चों हट नहीं पाए मेरी पेंटिंग तो हट नहीं पाए। तुहाडे सामने तुहाडी आराधना दे सामने यीशु मसीह दी आराधना दे सामने केड़ी चीज है उसनूं मिटा दिओ एक ब्रश लो अपनी जिंदगी दे विच एक चीज लो कहो कि नहीं मेरे लिए पहला स्थान मेरा यीशु है। हालेलुया। यीशु ही मेरा प्रभु है। हालेलुया। 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 यीशु ही मेरा प्रभु है वही कह सकता है जो प्रभु यीशु मसीह ने मुक्ति अदा करके ग्रहण करता है। हालेलुया। 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 उन्होंने उसकी आराधना किया लिखा उन्होंने अपने थैले खोले और 3 चीज़ां दित्तियां पहला की दिता सोना सोना दूसरा मोर मोर तीसरा लोबान लोबान। हुण ध्यान नाल सुनना आराधना दा अर्थ की सी व्हाट वाज द मीनिंग ऑफ वर्शिप उन्हां दी आराधना दा अर्थ उन्हां नूं पेंट चढ़ाना सी। यीशु मसीह नूं पेंट 3 चीज़ां दे द्वारा दिता गया। तुसीं यीशु मसीह दी आराधना किस तरह करदे हो पहला उसने सोना दिता की दिता सोना दिता। सोने दा अर्थ की सी सोना राजियां नूं दिता जांदा सी किसने दिता जांदा सी राजियां। सारे बोलो सोना राजियां नूं दिता जांदा सी। सोना राजियां नूं दिता जांदा सी। सो जब मयूसिया ने समझदार लोगों ने प्रभु यीशु मसीह नूं सोना चढ़ाया वो कह रहे सन साडे लई हेरोदेस राजा नहीं साडे लई यीशु तू राजियां दा राजा है। हालेलुया। 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 सोना दा पेंट देण दा अर्थ सी साडे लई सब तो कीमती चीज सब तो प्रथम स्थान मेरा प्रभु यीशु है। दूसरा सी की दिता लोबान। लोबान या फ्रैंक इंसेंस उसका अर्थ की सी उस लोबान एक याजक नूं दिखांदा है याजक पद याजक दा अर्थ है पुरोहित दा पद उसका अर्थ इस तरह दा सी ए ओ है यीशु मसीह एक याजक है। यीशु मसीह साडी प्रार्थना नूं या साडा और परमेश्वर दे मनुष्य और परमेश्वर दा विचोला है। मनुख अपने पापा दे कारण परमेश्वर तो दूर सी हुण इसनों कौन विचोला बनेगा। तुसी कोई रिश्ता कराना होवे सीधा नहीं जाते कहते कोई विचोला पाइए कोई विचोला पाइए कोई लड़ाई हो जाए कहते विचोला पाइए साडा मेल मिलाप कराए। इसे तरीके दे नाल जब मनुख इंसान परमेश्वर तो दूर हो गया विचकार कौन खड़ा होएगा ना ते मनुख अपने कमां दे नाल परमेश्वर दे विचकार आ सकदा सी। परमेश्वर ने अपने इकलौते पुत्र नूं भेजिया एक विचोले दे वांगू याजक दे वांगू तुहाडे लई मीडिएट कर सके। हालेलुया। 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 तीसरा उन्होंने की फड़ाया गंधरस गंधरस या मुर फड़ाया। मुर दा अर्थ की है व्हाट इज ए गंधरस की हुंदा है ध्यान नाल सुनना गंधरस एक रुख तो ओदी शाख नूं वड के जिहड़ा तेल निकलदा है उस नूं गंधरस किया जांदा है। यह गंधरस लाश दे उत्ते लगाया जांदा सी। यह खुशबूदार सी। इट वाज वेरी
fragrant material that was used to embalm the dead bodies. ਇਹ ਇੱਕ ਐਸਾ ਖੂਬਸੂਰਤ ਦਰਵਯ ਸੀ ਜਾਂ ਪਰਫਿਊਮ ਕਹਿ ਲਿਓ ਜਿਹੜਾ ਕਿਹਦੇ ਤੇ ਲਗਾਇਆ ਜਾਂਦਾ ਸੀ ਲਾਸ਼ ਤੇ ਕਿਹਦੇ ਉੱਤੇ ਲਾਸ਼ ਦੇ ਉੱਤੇ ਲਗਾਇਆ ਜਾਂਦਾ ਸੀ ਜਦ ਉਹਨਾਂ ਨੇ ਉਸ ਦੇ ਲਾਸ਼ ਦੇ ਲਗਾਉਣ ਦੀ ਤਿਆਰੀ ਕਰ ਰਹੇ ਸਨ ਇੱਕ ਤਰੀਕੇ ਨਾਲ ਕਹਿ ਰਹੇ ਸਨ ਯੀਸ਼ੂ ਅਸੀਂ ਜਾਣਦੇ ਹਾਂ ਇਹ ਤੇਰੇ ਮ੍ਰਿਤਿੂ ਦੀ ਹੀ ਤਿਆਰੀ ਨਹੀਂ पर तेरे वापस आने की भी तैयारी है हालेलुया हालेलुया राजा बन के आया वो याजक बन के आया वो सिर्फ मौत दे स्वाद ਨੂੰ ਹੀ ਨਹੀਂ ਚੱਕਿਆ ਉਹ ਯੀਸ਼ੂ ਮਸੀਹ ਦੁਬਾਰਾ ਤੋਂ ਆने वाला है ਸਾਡੀ ਆਰਾਧਨਾ ਦੇ ਵਿੱਚ ਇਹ ਤਿੰਨੋਂ ਗੱਲਾਂ ਜੁੜੀਆਂ ਹੋਈਆਂ ਨੇ पहली गल वो राजा दे राजा सारा आदर महिमा उसका सिर्फ और सिर्फ प्रभु यीशु मसीह नु दूसरा साडी प्रार्थना प्रभु यीशु मसीह दे द्वारा है वो साडा मीडिएट करने वाला तीसरा आराधना एक क्रिसमस का संदेश भी यही है यीशु मसीह तू साडे लिए मारिया गया गाड़िया गया तीसरे दिन मुर्दियां दे विचों जी उठिया सिर्फ कहानी इत्थे खत्म नहीं होंदी कहानी तो हुन तो शुरू है कि यीशु मसीह दोबारा तो आने वाला है हालेलुया सारे बोलेंगे यीशु मसीह दोबारा आने वाला है 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 हालेलुया 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 ਵੱਡਾ ਦਿਨ ਦਾ ਸੰਦੇਸ਼ ਸਭ ਤੋਂ ਵੱਡਾ ਇਹੀ ਹੈ ਯੀਸ਼ੂ ਮਸੀਹ ਮਨੁੱਖਾਂ ਨੂੰ ਬਚਾਉਣ ਦੇ ਲਈ ਆਇਆ ਸਿਰਫ ਇਹ ਨਹੀਂ ਉਹ ਪਾਪੀਆਂ ਨੂੰ ਬਚਾਉਣ ਦੇ ਲਈ ਆਇਆ ਲੇਕਿਨ ਦੁਬਾਰਾ ਤੋਂ ਧਰਮੀਆਂ ਨੂੰ ਉਠਾਉਣ ਦੇ ਲਈ ਆਏਗਾ ਆਮੀਨ ਹਾਲੇਲੂਇਆ हालेलुया तीसरी और आखिरी गल ਅਸੀਂ ਪੜ੍ਹ ਕੇ ਸਮਾਪਤ ਕਰਾਂਗੇ ਪੜੋ 2:12 ਆਇਤ ਨੂੰ ਪੜ੍ਹੀਏ ਮੱਤੀ 2:12 ਆਇਤ ਨੂੰ ਪੜ੍ਹੀਏ ਔਰ ਸੁਪਨੇ ਵਿੱਚ ਖਬਰ ਪਾ ਕੇ ਜੋ ਹੈਰੋਦੇਸ ਦੇ ਕੋਲ ਫੇਰ ਨਾ ਜਾਣ ਹਾਂ। ਉਹ ਹੋਰ ਰਸਤੇ ਥਾਈ ਆਪਣੇ ਰਸਤੇ ਮੁੜ ਗਏ ਲਿਖਿਆ ਜਦ ਉਹਨਾਂ ਨੇ ਯੀਸ਼ੂ ਮਸੀਹ ਦੀ ਆਰਾਧਨਾ ਕੀਤਾ ਉਸ ਤੋਂ ਬਾਅਦ ਕਿੱਧਰ ਨੂੰ ਚਲੇ ਗਏ ਆਪਣੇ ਦੇਸ਼ ਨੂੰ ਸੁਣੋ ਜਿਹੜੇ ਰਾਤ ਤੋਂ ਆਏ ਉਸੇ ਰਾਤ ਤੇ ਗਏ नहीं ਬੋਲੋ नहीं ਜਿਹੜੇ ਰਾਤ ਤੋਂ ਆਏ ਉਸੇ ਰਾਤ ਤੋਂ ਗਏ ਨਹੀਂ ਲਿਖਿਆ ਉਹਨਾਂ ਨੇ ਸੁਪਨ ਦੇ ਵਿੱਚ ਚੇਤਾਵਨੀ ਪਾਇਆ ਜਿਸ ਰਾਹ ਤੋਂ ਆਏ ਉਧਰ ਨੂੰ ਨਹੀਂ ਜਾਣਾ ਰਾਹ ਬਦਲੋ ਜਦ ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਗ੍ਰਹਿਣ ਕਰ ਲਿਆ देयर शुड बी चेंजेस इन टू थिंग्स ਦੋ ਚੀਜ਼ਾਂ ਦੇ ਵਿੱਚ ਪਰਿਵਰਤਨ ਦੀ ਲੋੜ ਹੈ ਇਨ ਡਾਇਰੈਕਸ਼ਨ ਨੰਬਰ 2 ਚੇਂਜ ਇਨ ਲਾਈਫ ਤੁਹਾਡਾ ਰਾਹ ਬਦਲਣਾ ਚਾਹੀਦਾ ਹੈ ਤੁਹਾਡਾ ਜੀਵਨ ਬਦਲਣਾ ਚਾਹੀਦਾ ਹੈ ਹਾਲੇਲੂਇਆ ਇਸ ਲਈ ਦੂਸਰਾ ਕੋਰਿੰਥੀਓ 5:17 ਵਿੱਚ ਇਹ ਲਿਖਿਆ ਹੈ जो कोई मसीह दे विच है वो एक नवी सृष्टि है पुरानियां गल्लां बीत गईयां देखो सब कुछ ਨਵਾਂ ਹੋ ਗਿਆ सारे मेरे पीछे बोलांगे जो कोई मसीह दे विच है जो कोई मसीह दे विच है वो एक नवी सृष्टि है वो एक नवी सृष्टि है पुरानियां गल्लां बीत गईयां पुरानियां गल्लां बीत गईयां देखो सब कुछ नवा हो गया देखो सब कुछ नया हो गया हालेलुया ਹਾਲੇਲੂਇਆ जब तुसी प्रभु यीशु मसीह नु ग्रहण करदे हो आज तो बाद तुहाडा जीवन पुराना ना रहने पाए ਤੁਹਾਡਾ ਰਸਤਾ ਪੁਰਾਣਾ ਨਾ ਰਹਿਣੇ ਪਾਏ ਤੁਹਾਡਾ ਜੀਵਨ ਪਾਪ ਵਾਲਾ ਨਾ ਰਹਿਣੇ ਪਾਏ ਰਾਹ ਨੂੰ ਬਦਲ ਦਿਓ ਰਾਸਤੇ ਨੂੰ ਬਦਲ ਦਿਓ ਜੀਵਨ ਨੂੰ ਬਦਲ ਦਿਓ ਪੰਜਾਬੀ ਦੇ ਵਿੱਚ ਇੱਕ ਕਹਾਵਤ ਹੈ ਜਿਸ ਪਿੰਡ ਨੂੰ ਜਾਣਾ ਹੀ ਨਹੀਂ ਉਸ ਉਹਦਾ ਪਿੰਡ ਰਾਹ ਦਾ ਹੀ ਰਾਹ ਵੀ ਪੁੱਛਣਾ। ਨਹੀਂ ਪੁੱਛਣਾ ਜਿਹੜੇ ਪਾਪ ਵਾਲੀ ਦੁਨੀਆ ਦੇ ਵਿੱਚ ਜਾਣਾ ਹੀ ਨਹੀਂ ਉਹਦਾ ਰਾਹ ਹੀ ਉਹਦਾ ਰਾਹ ਨਹੀਂ ਪੁੱਛਣਾ ਜਿਸ ਰਾਹ ਤੋਂ ਅਸੀਂ ਆਏ ਆ ਉਹ ਦੁਨੀਆ ਛੱਡਤੀ ਪਾਪ ਵਾਲੀ ਦੁਨੀਆ ਮੈਂ ਛੱਡ ਦਿੱਤੀ गंदगी वाली दुनिया में छड़ देती ओ व्यभिचार वाली दुनिया में छड़ देती जुए वाली दुनिया में छड़ देती शराबा वाली दुनिया में छड़ देती बीड़ी सिगरेट वाली शराब वाली दुनिया में छड़ देती मेरा जीवन बदल गया मैं यीशु नु ग्रहण किया ओदे तारे नु देखया धर्म दा सूरज मेरे उत्ते उदय होया यीशु ने मेरा जीवन बदल दिता हालेलुया हालेलुया ਹਾਲੇਲੂਇਆ यही है वड्डा दिन ਆਮੀਨ दिस इज क्रिसमस यही है वड्डा दिन मेरा जीवन बदल गया मेरे हालात बदल गए मेरा जीवन बदल गया डिठा तारा आसमान ते अजीब दोस्तो डिठा तारा ਆਸਮਾਨ ਤੇ ਅਜੀਬ ਦੋ उसको आया जग उत्ते रब